ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗੁਣ ਗਾਵੋ ਪੂਰਨ ਅਬਿਨਾਸੀ, ਕਾਮ ਕ੍ਰੋਧ ਬਿਖ ਜਾਰੇ। ਮਹਾ ਬਿਖਮ ਅਗਨ ਕੋ ਸਾਗਰ, ਸਾਧੂ ਸੰਗ ਉਦਾਰੇ। ਗੁਣ ਗਾਵੋ ਪੂਰਨ ਅਬਿਨਾਸੀ, ਕਾਮ ਕ੍ਰੋਧ ਬਿਖ ਜਾਰੇ। ਮਹਾ ਬਿਖਮ ਅਗਨ ਕੋ ਸਾਗਰ, ਸਾਧੂ ਸੰਗ ਉਦਾਰੇ। ਪੂਰੈ ਗੁਰ ਮਿਟਿਓ ਭਰਮ ਅੰਧੇਰਾ, ਭਜ ਪ੍ਰੇਮ ਭਗਤ ਪ੍ਰਭ ਨੇਰਾ। ਰਹਾਉ ਹਰ ਹਰ ਨਾਮ ਨਿਧਾਨ ਰਸ ਪੀਆ, ਮਨ ਤਨ ਰਹੇ ਅਗਾਈ। ਜਤ ਕਤ ਪੂਰ ਰਹਿਓ ਪਰਮੇਸ਼ਰ, ਕਤ ਆਵੈ ਕਤ ਜਾਈ। ਜਪ ਤਪ ਸੰਜਮ ਗਿਆਨ ਤਤ ਬੇਤਾ, ਜਿਸ ਮਨ ਵਸੈ ਗੋਪਾਲਾ। ਨਾਮ ਰਤਨ ਜਿਨ ਗੁਰਮੁਖ ਪਾਇਆ, ਤਾਕੀ ਪੂਰਨ ਕਾਲਾ। ਕਲ ਕਲੇਸ਼ ਮਿਟੇ ਦੁਖ ਸਗਲੇ, ਕਾਟੀ ਜਮ ਕੀ ਫਾਸਾ। ਕਹੋ ਨਾਨਕ ਪ੍ਰਭ ਕਿਰਪਾ ਧਾਰੀ, ਮਨ ਤਨ ਭਏ ਬਿਗਾਸਾ। ਕਲ ਕਲੇਸ਼ ਮਿਟੇ ਦੁਖ ਸਗਲੇ, ਕਾਟੀ ਜਮ ਕੀ ਫਾਸਾ। ਕਹੋ ਨਾਨਕ ਪ੍ਰਭ ਕਿਰਪਾ ਧਾਰੀ, ਮਨ ਤਨ ਭਏ ਬਿਗਾਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਪਾਤਸ਼ਾਹ, ਸਰਵਰੇ ਕਾਇਨਾਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਤਿਨਾਂ ਦੀ ਬਖਸ਼ਿਸ਼ਾਂ ਭਰੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਰੱਬੀ ਰਹਿਮਤ ਦੇ ਮਹਾਨ ਪਾਤਰ ਹੋ। ਦੀਨ ਦੁਨੀਆ ਦੇ ਪਾਤਸ਼ਾਹ, ਦੋ ਜਹਾਨਾਂ ਦੇ ਮਾਲਕ, ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ। ਤਿਨਾਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ
ਸਮੁੱਚੀ ਕਾਇਨਾਤ ਦੇ ਵਿੱਚੋਂ ਸੰਗਤਾਂ ਦਾਤਾਰ ਪਿਤਾ ਦੇ ਚਰਨਾਂ ਦੇ ਵਿੱਚ ਨਮਸਤਕ ਹੁੰਦੀਆਂ ਹਨ। ਸਤਿਗੁਰੂ ਸਭਨਾਂ ਦਾ ਭਲਾ ਕਰਨ ਔਰ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਤੋਂ ਇਲਾਹੀ ਦਰਗਾਹੀ ਅਸੀਸ ਜੋ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਨਜ਼ਲ ਹੁੰਦਾ ਹੈ, ਬਖਸ਼ਿਸ਼ ਕੀਤੇ ਹੋਏ ਅੱਜ ਦੇ ਰੱਬੀ ਬੋਲ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ, ਤਿਨਾਂ ਦੇ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਸੋਰਠ ਰਾਗ ਦੇ ਸਿਰਲੇਖ ਹੇਠਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 615 ਉੱਤੇ ਇਹ ਰੱਬੀ ਬਚਨ ਸੁਭਾਏਮਾਨ ਹਨ। ਹਜ਼ੂਰ ਸਤਿਗੁਰੂ ਨੇ ਪਰਮਾਤਮਾ ਵਾਹਿਗੁਰੂ ਦੇ ਘਰ ਦਾ ਜੋ ਸੁਨੇਹਾ ਹੈ, ਸਮੁੱਚੀ ਮਾਨਵਤਾ ਦੀ ਝੋਲੀ ਪਾਇਆ। ਆਓ ਇਹਨਾਂ ਪਾਵਨ ਗੁਰ ਬਚਨਾਂ ਦੀ ਵਿਚਾਰ ਗੁਰੂ ਕਿਰਪਾ ਔਰ ਆਪ ਸੰਗਤ ਦੀਆਂ ਅਸੀਸਾਂ ਦੇ ਸਦਕਾ ਸਾਂਝਿਆਂ ਕਰਨ ਦਾ ਯਤਨ ਕਰੀਏ। ਸਮੂਹ ਰੱਬੀ ਪਿਆਰੇ ਜਨ, ਅਸੀਸ ਦੇ ਕੇ ਨਿਵਾਜਣਾ, ਦੋਨੋਂ ਹੱਥ ਜੋੜ ਲਵਾਓ ਹਾਜ਼ਰੀ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪੰਜਵਾ। ਗੁਣ ਗਾਵੋ ਪੂਰਨ ਅਬਿਨਾਸੀ, ਕਾਮ ਕ੍ਰੋਧ ਬਿਖ ਜਾਰੇ। ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ, ਸੱਚੇ ਪਾਤਸ਼ਾਹ ਨੇ ਅੱਜ ਦੇ ਇਸ ਪਾਵਨ ਪਵਿੱਤਰ ਬਚਨਾਂ ਦੇ ਵਿੱਚ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਜੁੜ ਜਾਣ ਦਾ ਜੋ ਵਸੀਲਾ ਹੈ, ਉਹ ਸੁਨੇਹਾ ਮਹਾਰਾਜ ਨੇ ਸਾਡੀ ਝੋਲੀ ਪਾਇਆ ਹੈ। ਗੁਰੂ ਬਾਬਾ ਜੀ ਆਖਦੇ ਨੇ ਕਿ ਇਹ ਸਰੀਰ ਜਿਹੜਾ ਹੈ, ਇਸੇ ਸਰੀਰ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨੂੰ ਮਾਣਿਆ ਜਾਂਦਾ ਹੈ। ਕਿਉਂਕਿ ਬਾਣੀ ਨੇ ਅਨੇਕਾਂ ਉਦਾਹਰਨਾਂ ਦਿੱਤੀਆਂ। ਭਾਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਿਤੇ ਹਜ਼ੂਰ ਕਹਿੰਦੇ ਨੇ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਫਿਰ ਕਹਿੰਦੇ ਨੇ ਜਬ ਲਗ ਜ਼ਰਾ ਰੋਗ ਨਹੀਂ ਆਇਆ, ਜਿੰਨਾ ਚਿਰ ਬੁਢੇਪੇ ਦਾ ਰੋਗ ਨਹੀਂ ਲੱਗਾ। ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕੁਲ ਭਈ ਨਹੀਂ ਬਾਣੀ। ਭਜ ਲੈ ਰੇ ਮਨ ਸਾਰੰਗ ਪਾਨੀ, ਅਬ ਨਾ ਭਜਸ ਭਜਸ ਕਬ ਭਾਈ। ਆਵੇ ਅੰਤ ਨਾ ਭਜਿਆ ਜਾਏ। ਭਾਵ ਇਸ਼ਾਰਾ ਇਹ ਹੈ ਕਿ ਇਸ ਸਰੀਰ ਵਿੱਚ ਰਹਿੰਦਿਆਂ ਰਹਿੰਦਿਆਂ, ਪਰ ਨਾਲ ਹੀ ਮਹਾਰਾਜ ਕਹਿੰਦੇ ਆ, ਜਦੋਂ ਇਸ ਤਨ ਰਾਹੀਂ, ਮਨ ਰਾਹੀਂ, ਸੁਰਤ ਰਾਹੀਂ ਗੁਰੂ ਦੇ ਚਰਨਾਂ ਦੇ ਨਜ਼ਦੀਕ ਹੋਣ ਦਾ ਯਤਨ ਕਰੀਦਾ, ਸੌਣ ਲੱਗਿਆਂ ਰੋਜ਼ ਮਨ ਬਣਦਾ ਹੈ ਕਿ ਅੰਮ੍ਰਿਤ ਵੇਲੇ ਜ਼ਰੂਰ ਉੱਠਣਾ ਹੈ। ਮਨ ਬਣਿਆ ਜ਼ਰੂਰ ਸੌਣ ਲੱਗਿਆਂ, ਪਰ ਸਵੇਰ ਹੋਈ ਮਨ ਹੱਥੋਂ ਹਾਰ ਗਏ। ਮਨ ਬਣਿਆ ਕਿ ਨਿਤਨੇਮ ਜ਼ਰੂਰ ਜ਼ਿੰਦਗੀ 'ਚ ਹੋਵੇ, ਜ਼ਰੂਰ ਨੇਮ ਦੇ ਨਾਲ ਜੁੜਨਾ ਹੈ।
ਬਾਣੀ ਦਾ ਪਾਵਨ ਗੁਟਕਾ ਸਾਹਿਬ ਹੱਥ ਵਿੱਚ ਪਕੜਿਆ। ਸੰਸਾਰ ਦੇ ਪਤਾ ਹੀ ਨਹੀਂ ਕਿੰਨੇ ਕੁ ਝੁਮੇਲੇ ਤੇ ਕਿੰਨੇ ਕੁ ਕੰਮ ਚੇਤੇ ਆ ਗਏ। ਆਏ ਸੀ ਗੁਰੂ ਪਿਤਾ ਦੇ ਚਰਨਾਂ ਦੇ ਦੀਦਾਰ ਕਰਨ ਵਾਸਤੇ ਕਿ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਣਾ ਹੈ, ਸੇਵਾ ਕਰਨੀ ਹੈ, ਹਾਜ਼ਰੀ ਭਰਨੀ ਹੈ। ਪਰ ਜ਼ਿੰਦਗੀ 'ਚ ਇੱਕਦਮ ਇੰਨਾ ਕਾਹਲਾਪਨ ਹੈ, ਭੱਜੇ ਆਏ ਔਰ ਭੱਜੇ ਚਲੇ ਗਏ। ਸਮਝ ਨਹੀਂ ਆ ਰਹੀ ਕਿ ਜਿਹੜੇ ਤਨ ਨੂੰ ਗੁਰੂ ਦੇ ਨਾਲ ਜੋੜਨਾ ਹੈ, ਜੋੜਨ ਦੀ ਬਜਾਏ ਦੂਰ ਦੂਰ ਹੁੰਦੇ ਜਾ ਰਹੇ ਹਾਂ। ਉਹਦਾ ਸਭ ਤੋਂ ਵੱਡਾ ਕਾਰਨ ਮਹਾਰਾਜ ਕਹਿੰਦੇ ਜਿਹੜੀਆਂ ਤੇਰੇ ਜੀਵਨ ਦੇ ਵਿੱਚ ਰੁਕਾਵਟਾਂ ਆ, ਔਰ ਉਹ ਰੁਕਾਵਟਾਂ ਨੇ 5 ਵਿਕਾਰਾਂ ਦੀਆਂ। ਔਰ ਇਹ ਉਹ ਵਿਕਾਰ ਜਿਹਦੇ ਹੱਥੋਂ ਵੱਡੇ ਵੱਡੇ ਰਿਸ਼ੀ ਮੁਨੀ, ਦੇਵੀ ਦੇਵਤੇ, ਪੈਗੰਬਰ ਜਿਹੜੇ ਉਹ ਹਾਰ ਗਏ। ਮਿਹਨਤ ਬੜੀ ਕੀਤੀ ਪਰ ਇਹ ਵਿਕਾਰਾਂ ਦੇ ਹੱਥੋਂ ਹਾਰਦੇ ਨਜ਼ਰ ਆਏ। ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਵਿਕਾਰਾਂ ਹੱਥੋਂ ਹਾਰਦੀ ਹੈ ਨਾ ਜ਼ਿੰਦਗੀ, ਆ ਤੈਨੂੰ ਉਸ ਮਾਲਕ ਦੇ ਘਰ ਦਾ ਇੱਕ ਗੁਰ ਦੱਸਾਂ, ਇਹਦੇ ਨਾਲ ਵਿਕਾਰ ਜਿਹੜੇ ਤੇਰੇ ਜ਼ਿੰਦਗੀ ਦੇ ਵਿੱਚੋਂ ਖਤਮ ਹੋ ਜਾਣਗੇ। ਸ਼ਬਦ ਦਾ ਪਹਿਲਾ ਬਚਨ ਹੈ ਗੁਣ ਗਾਵੋ ਪੂਰਨ ਅਬਿਨਾਸੀ। ਮਾਲਕ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾ। ਵੇਖੋ ਭਗਤੀ ਦੇ ਵੱਖੋ ਵੱਖਰੇ ਰੰਗ ਹੈ। 9 ਪ੍ਰਕਾਰ ਦੀ ਭਗਤੀ ਮੰਨੀ ਗਈ ਔਰ ਆਪੋ ਆਪਣੇ ਧਰਮਾਂ ਅਨੁਸਾਰ ਲੋਕ ਆਪਣੇ ਇਸ਼ਟ ਦੀ, ਮਾਲਕ ਦੀ, ਮੁਰਸ਼ਿਦ ਦੀ ਭਗਤੀ ਕਰਦੇ ਹੈ। ਪਰ ਗੁਰੂ ਨਾਨਕ ਸਾਹਿਬ ਸਤਿਗੁਰੂ ਦੇ ਘਰ ਵਿੱਚ ਭਗਤੀ ਦੀ ਜਿੱਥੇ ਗੱਲ ਆਏਗੀ ਨਾ ਪਿਆਰਿਓ, ਮਾਲਕ ਦੇ ਗੁਣਾਂ ਨੂੰ ਗਾਉਣ ਦੀ ਗੱਲ ਆਏਗੀ, ਉਹਦੇ ਗੁਣਾਂ ਨੂੰ ਵਿਚਾਰਨ ਦੀ ਗੱਲ ਆਏਗੀ। ਕਿਉਂਕਿ ਜਪਜੀ ਬਾਣੀ ਅੰਦਰ ਗੁਰੂ ਨਾਨਕ ਸਾਹਿਬ ਆਖਦੇ ਹੈ ਵਿਣ ਗੁਣ ਕੀਤੇ ਭਗਤ ਨਾ ਹੋਏ। ਜਿੰਨਾ ਚਿਰ ਮਾਲਕ ਵਰਗੇ ਗੁਣ ਨਹੀਂ ਨਾ ਜੀਵਨ ਵਿੱਚ ਆ ਜਾਂਦੇ, ਤੇਰੀ ਭਗਤੀ ਦੀ ਸੰਪੂਰਨਤਾ ਹੋ ਹੀ ਨਹੀਂ ਸਕਣੀ। ਹੁਣ ਉਸ ਮਾਲਕ ਦੇ ਗੁਣ ਹੈ, ਉਹ ਸੱਚਾ ਹੈ, ਉਹ ਨਿਰਭਉ ਹੈ, ਉਹ ਨਿਰਵੈਰ ਹੈ। ਇਦਾਂ ਦੇ ਗੁਣ ਜਦੋਂ ਜ਼ਿੰਦਗੀ ਚ ਆਉਂਦੇ ਹੈ, ਮਹਾਰਾਜ ਕਹਿੰਦੇ ਉਹਦੇ ਨਾਲ ਸੁਰਤ ਬਦਲਦੀ ਹੈ, ਖਿਆਲ ਬਦਲਦੇ ਨੇ, ਸਾਡੇ ਅੰਦਰੋਂ ਪੈਦਾ ਹੋਣ ਵਾਲੇ ਫੁਰਨੇ ਬਦਲਦੇ ਹੈ। ਗੁਣ ਗਾਵੋ ਪੂਰਨ ਅਬਿਨਾਸੀ। ਅਬਿਨਾਸੀ ਦਾਤੇ ਦੇ ਗੁਣਾਂ ਨੂੰ ਗਾ। ਕਾਮ ਕ੍ਰੋਧ ਬਿਖ ਜਾਰੇ। ਕਾਮ ਤੇ ਕ੍ਰੋਧ ਜਿਹੜੇ ਆ ਜੀਵਨ ਦੇ ਵਿੱਚ ਵਿਸ਼ੇ ਵਿਕਾਰ ਜਿਹੜੇ ਆ, ਉਹ ਮਾਲਕ ਦੇ ਨਾਮ ਦੇ ਨਾਲ ਖਤਮ ਹੋ ਜਾਣਗੇ। ਭਾਵ ਵਿਕਾਰ ਤੋਂ ਜ਼ਿੰਦਗੀ ਸਾਕਾਰ ਹੋ ਜਾਏਗੀ, ਸੰਸਾਰੀ ਜ਼ਿੰਦਗੀ ਨਿਰੰਕਾਰੀ ਬਣ ਜਾਂਦੀ ਹੈ। ਪਰ ਗੱਲ ਹੈ ਇਹਨਾਂ ਵਿਕਾਰਾਂ ਦੀ ਜੀਵਨ ਵਿੱਚ ਸਮਝ ਜ਼ਰੂਰ ਹੋਵੇ। ਫਿਰ ਬੇਨਤੀ ਕਰਦੇ ਹਾਂ, ਜਗ ਹਾਰਦਾ ਨਜ਼ਰ ਆਉਂਦਾ ਹੈ ਇਹਨਾਂ ਵਿਕਾਰਾਂ ਦੇ ਵਿੱਚੋਂ। ਕੁਝ ਕੁ ਸ਼ਬਦ ਆਪਾਂ ਇਸ ਪੱਖ ਦੇ ਆਪ ਜੀ ਦੇ ਨਾਲ ਸਾਂਝੇ ਕਰਾਂ। ਸੱਚੇ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਪੜੋ ਗੌੜੀ ਰਾਗ ਅੰਦਰ। ਮਹਾਰਾਜ ਕਹਿੰਦੇ ਨੇ ਅਵਰ ਪੰਚ ਹਮ ਏਕ ਜਨਾ ਕਿਉਂ ਰਾਖੋ ਘਰ ਬਾਰ ਮਨਾ। ਮਹਾਰਾਜ ਮੈਂ ਤੇ ਇਕੱਲਾ ਆ, ਪਰ ਮੈਨੂੰ ਰੋਕਣ ਵਾਲੇ, ਮੈਨੂੰ ਮਾਲਕ ਦੇ ਚਰਨਾਂ ਤੋਂ ਤੋੜਨ ਵਾਲੇ 5 ਜਣੇ ਆ। ਹਜ਼ੂਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅਵਰ ਪੰਚ ਹਮ ਏਕ ਜਨਾ ਕਿਉਂ ਰਾਖੋ ਘਰ ਬਾਰ ਮਨਾ। ਮਾਰਹਿ ਲੂਟੈ ਨੀਤ ਨੀਤ ਕਿਸ ਆਗੇ ਕਰੀ ਪੁਕਾਰ ਜਨਾ। ਔਰ ਰੋਜ਼ ਮਾਰਦੇ ਆ, ਰੋਜ਼ ਲੁੱਟਦੇ ਆ। ਇਸ ਦੇਹੀ ਅੰਦਰ ਪੰਚ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ ਕੋਏ ਨਾ ਸੁਣੈ ਪੁਕਾਰਾ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਸਰਵਰ ਪੰਖੀ ਹੇਕੜੋ। ਜੀਵਨ ਇਕੱਲਾ ਹੀ ਹੈ, ਆਤਮਾ ਰੂਪੀ ਪੰਛੀ ਇਕੱਲਾ ਹੈ। ਸਰਵਰ ਪੰਖੀ ਹੇਕੜੋ ਫਾਈ ਵਾਲ 50। ਇਹ ਤਨ ਲਹਿਰੀ ਗੱਡ ਥਿਆ ਸੱਚੇ ਤੇਰੀ ਆਸ।
महाराज जिंदगी धोनी कहे, कदे काम इस जिंदगी नूं लुट लैंदा है, कदे क्रोध हथों हारदा आ, कदे लोभ, कदे मोह, कदे हंकार, और मेरी जिंदगी ते हारदी नजर आ रही है। अवर पंच हम एक जना, क्यों राखों कर बार मना, मारह लूटे नीत नीत किसे आगे करी, पुकार जना। फिर किन्ने श्री राम नामा उचर मना, गुण गावो पूरन अविनाशी। श्री राम नामा उचर मना, आगे जम दल बिखम कना। मालक दे नाम तो बिना बंद खलासी कराउण वाला कोई नहीं। किते हजूर भगत जी दे बचन पढ़ो, महाराज कहंदे आ गृहे तज, विकारां तो बचण वास्ते लोकां ने घर परिवार छड्ड दित्ते, मापे भैण भरा धियां पुत छड्ड के दूर हो गए कि शायद जिंदगी विकारां तो बच जाए। ध्यान देना, बंदा रोटी नूं दूर कर सकदा है, बंदा भुख नहीं दूर कर सकता। रोटी दूर कर दोगे भी मैं नहीं खानी, पर जिहड़ी अंदर भुख है वह किवें दूर होएगी। विकारां तो बचण लई बड़े बड़े लोग संसार छड्ड गए, और भगत जी उदाहरण दे के कहंदे आ, गृहे तज बन खंड जाइए चुन खाइए कंदा, अजों बेकार ना छोड़ई पापी मन मंदा। क्यों छूटों कैसे तरों भाव जल निध भारी, राख राख मेरे बीठुला जन शरण तुम्हारी। महाराज तेरे बिना रखण वाला कोई नहीं है, क्योंकि ये विकार जिंदगी नूं लुटदे है, जीवन नूं बर्बाद करदे है। भगत कबीर जी दे एक दो बचन होर सांझे करां आप जी नाल। अरदास करियो गुरु प्यारिओ, सतगुरु गुरु रामदास पातशाह जी दे पवित्र चरनां दे विच असीं सारे इकत्तर होए हां। गुरु दे कोल इस मर्ज दा, इस बीमारी दा इलाज है। गुरु दी नदर वरत जाए ते जीवन विकारां तो बंद खलासी करा लैंदा है। हजूर बाबा जी दे बचन, भगत कबीर जी कहंदे आ, एक कोट शरीर एक किला आ, एक कोट पंच सिख दारा, पंचे मांगे हाला। पंज इस शरीर दे चौधरी आ, काम क्रोध लोभ मोह हंकार, पंचे मांगे हाला। हाला कहंदे आ टैक्स मंगना, महसूल देना। जिमी ना ही मैं किसी की बोई, ऐसा देन दुखाला। मालका मैं खुद नहीं अपने अंदरों पैदा कीते। ऐसा नहीं है भी विकारां दी कितों पढ़ाई करनी पैंदी होए, ट्रेनिंग लैनी पैंदी होए। जिंदगी च मैल है ही इन्नी, अंदरे अंदर ये विकार कदों औगण बन के जिंदगी नूं लुट लेंदे आ, पता नहीं लगता। हजूर बाबा जी कहंदे आ, जिमी नाई मैं किसी की बोई, ऐसा देन दुखाला। हर के लोगा मोको नीत डसै पटवारी। ऐ अकाल पुरख वाहिगुरु जी, धर्मराज जी ने लेखा करना है और रोज डराउंदा है। ऊपर पूजा कर मैं गुर पे पुकारिया, तिन हों लिया उबारी। क्योंकि गुरु तो बिना बचाउण वाला कोई नहीं। 9 डाढ़ी, 9 द्वारे जिहड़े शरीर दे, 9 डाढ़ी 10 मुनसफ तावें, 5 ज्ञान इंदरे 5 कर्म इंदरे। 9 डाढ़ी 10 मुनसफ तावें, रैयत बसन ना देगी। महाराज ये विकार इदां दे आ, मेरे जीवन विच शुभ गुण वसण ही नहीं देंदे। तुसीं बहुत कोशिश कर लीए ना, बंदा मन बना लैंदा है अज तो बाद कोई माड़े लफज कन्ना च सुनने नहीं, अज तो बाद माड़ी संगत विच बहना नहीं, नशियां दा त्याग कर देना। ख्याल बनदे शुभ गुण बनदे जरूर है, पर विकारां दा हल्ला ऐसा, आसरा गुरु दा नां लैण करके बंदा इन्हां हत्थों हारदा। भगत जी कहंदे आ, 9 डाढ़ी 10 मुनसफ तावें, रैयत बसन ना देही। डोरी पूरी मापै नाही बहु, बिशताला लेही। जरीब है जिहदे नाल पटवारी जमीन मिणदा आ,
ਵੀ ਕਿੰਨੇ ਘੁਮਾ ਇੱਧਰ ਹੈ, ਕਿੰਨੇ ਇੱਧਰ ਹੈ। ਮਹਾਰਾਜ ਇੱਕ ਉਦਾਹਰਨ ਦਿੰਦੇ ਆ ਕਿ ਇਹ ਜਿੰਨੇ ਵਿਕਾਰ ਆ, ਇਹ ਸ਼ੁਭ ਗੁਣ ਜੀਵਨ ਵਿੱਚ ਪੈਦਾ ਹੀ ਨਹੀਂ ਹੋਣ ਦਿੰਦੇ। ਡੋਰੀ ਪੂਰੀ ਮਾਪੈ ਨਾਹੀ ਬਹੁ ਬਿਸਟਾਲਾ ਲੇਗੀ, 72 ਘਰ ਇੱਕ ਪੁਰਖ ਸਮਾਇਆ। ਇਹ ਸਰੀਰ ਦੇ ਵਿੱਚ ਉਸ ਅਕਾਲ ਪੁਰਖ ਦਾ ਵਾਸਾ ਆ ਜਿਹਨੇ ਇਹਨੂੰ ਪੈਦਾ ਕੀਤਾ। 72 ਘਰ ਇੱਕ ਪੁਰਖ ਸਮਾਇਆ, ਉਨ ਦੀਆ ਨਾਮ ਲਿਖਾਈ। ਪਰਮਾਤਮਾ ਨੇ ਗੁਰੂ ਦਾ ਨਾਮ ਲਿਖ ਦਿੱਤਾ ਕਿ ਸਭ ਤੋਂ ਵੱਡੀ ਰਾਹਦਾਰੀ ਇਹ ਹੈ, ਵਿਕਾਰਾਂ ਤੋਂ ਬਚਾ ਸਕਦਾ ਤੇ ਕੇਵਲ ਗੁਰੂ ਦਾ ਨਾਮ। ਧਰਮ ਰਾਏ ਕਾ ਦਫ਼ਤਰ ਸੋਧਿਆ ਬਾਕੀ, ਰਿਜ਼ਮ ਨਾ ਕਾਈ। ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ। ਕਉ ਕਬੀਰ ਮੈਂ ਸੋ ਗੁਰ ਪਾਇਆ, ਜਾਤਾ ਨਾਉ ਬਬੇਕੋ। ਗੁਣ ਗਾਵੋ ਪੂਰਨ ਅਬਿਨਾਸੀ, ਕਾਮ ਕ੍ਰੋਧ ਬਿਖ ਜਾਰੇ। ਛੋਟੀ ਜੀ ਇੱਕ ਉਦਾਹਰਨ ਆਪ ਜੀ ਨਾਲ ਸਾਂਝੀ ਕਰਾਂ। ਪਿਆਰ ਵਾਲਿਓ, ਗੁਰੂ ਦੇ ਕੋਲ ਹੀ ਇਸ ਵਿਕਾਰਾਂ ਦਾ ਇਲਾਜ ਆ। ਦੁਨੀਆ ਦੀ ਕੋਈ ਦਵਾਈ, ਦੁਨੀਆ ਦੀਆਂ ਕੋਈ ਉਦਾਹਰਨਾਂ, ਦੁਨੀਆ ਦੀ ਕੋਈ ਲਿਖਤ ਜ਼ਿੰਦਗੀ ਨੂੰ ਨਹੀਂ ਬਦਲ ਸਕਦੀ ਜਿੰਨਾ ਚਿਰ ਗੁਰੂ ਰਹਿਮਤ ਨਹੀਂ। ਥੋੜਾ ਜਿਹਾ ਧਿਆਨ ਦੇਣਾ। ਸਾਡੇ ਸਰੀਰ ਦੇ ਅੰਗ ਆ, ਪਾਰਟਸ ਆ ਬਾਡੀ ਦੇ, ਔਰ ਹਰ ਅੰਗ ਦੇ ਅੱਜ ਵੱਖੋ ਵੱਖਰੇ ਡਾਕਟਰ ਆ। ਅੱਖਾਂ ਦੇ ਵਿੱਚ ਨਜ਼ਰ ਕਮਜ਼ੋਰ ਹੋ ਜਾਣਾ ਅੱਖ ਦੀ, ਡਾਕਟਰ ਕੋਲ ਇਲਾਜ ਆ, ਉਹ ਲੈਂਸ ਦੇਗਾ ਜਾਂ ਐਨਕ ਦਿੰਦਾ ਹੈ, ਮੈਡੀਸਨ ਦਿੰਦਾ ਹੈ। ਇਵੇਂ ਕੰਨਾਂ ਦੀ ਵੱਖਰੀ ਦਵਾਈ ਹੈ, ਜ਼ੁਬਾਨ ਦੀ, ਹੱਥਾਂ ਦੀ, ਪੈਰਾਂ ਦੀ। ਪਰ ਧਿਆਨ ਦੇਣਾ, ਡਾਕਟਰ ਨਜ਼ਰ ਠੀਕ ਕਰ ਸਕਦਾ ਹੈ, ਡਾਕਟਰ ਨਜ਼ਰੀਆ ਨਹੀਂ ਕਿਸੇ ਦਾ ਠੀਕ ਕਰ ਸਕਦਾ। ਵੇਖਦੇ ਆਪਾਂ ਸਾਰੇ ਰਹਿਣਾ ਜੀ, ਵੇਖਣ ਦੀ ਜਿਹੜੀ ਬਿਰਤੀ ਆ ਉਹ ਡਾਕਟਰ ਨਹੀਂ ਕਦੇ ਠੀਕ ਕਰ ਸਕਦਾ। ਵੇਖਣ ਦੀ ਬਿਰਤੀ ਠੀਕ ਹੋ ਸਕਦੀ ਆ ਤੇ ਸਿਰਫ ਗੁਰੂ ਦੀ ਕਿਰਪਾ ਸਦਕਾ, ਉਂਝ ਨਹੀਂ। ਬੰਦੇ ਦੇ ਬੋਲ ਬਦਲੇ ਜਾ ਸਕਦੇ ਆ ਵੀ ਇੰਜ ਨਹੀਂ, ਇੰਜ ਬੋਲਣਾ ਚਾਹੀਦਾ, ਪਰ ਜਿਹੜੀ ਬੋਲਾਂ ਦੇ ਵਿਚਲੀ ਗੱਲ ਕਹਿਣ ਦਾ ਢੰਗ ਆ, ਤਰੀਕਾ ਆ, ਉਹ ਸਿਰਫ ਗੁਰੂ ਬਦਲਦਾ ਹੈ। ਅਸੀਂ ਇੰਜ ਕਹਿ ਲਈਏ, ਕੰਨਾਂ ਨੇ ਸੁਣਨਾ ਨਹੀਂ ਸੁਣਨਾ, ਡਾਕਟਰ ਕੋਲ ਇਲਾਜ ਆ, ਪਰ ਕੰਨ ਸਿਰਫ ਸੱਚ ਸੁਣਨ, ਜ਼ੁਬਾਨ ਸਿਰਫ ਸੱਚ ਬੋਲੇ, ਹੱਥ ਸਿਰਫ ਸੱਚੀ ਕਿਰਤ ਕਰਨ, ਪੈਰ ਕਦੇ ਗਲਤ ਥਾਵਾਂ ਤੇ ਨਾ ਚੱਲ ਕੇ ਜਾਣ। ਧਿਆਨ ਦੇਣਾ, ਦੁਨੀਆ ਦੇ ਕਿਸੇ ਡਾਕਟਰ ਵੈਦ ਕੋਲ ਇਹਦਾ ਇਲਾਜ ਨਹੀਂ ਹੈ। ਜੀਵਨ ਨੂੰ ਘੜ ਸਕਦੇ ਨੇ ਤੇ ਸਿਰਫ ਸੱਚੇ ਪਾਤਸ਼ਾਹ ਘੜ ਸਕਦੇ ਹੈ। ਤਿੱਥੇ ਘੜੀਐ ਸੁਰਤ ਮਤ ਮਨ ਬੁੱਧ, ਤਿੱਥੇ ਘੜੀਐ ਸੁਰਾਂ ਸਿੱਧਾਂ ਕੀ ਸੁਧ। ਕਿਉਂਕਿ ਵਿਕਾਰ ਸਾਡੇ ਇਸ ਸਰੀਰ ਦੇ ਅੰਦਰ ਆ। ਛੋਟੀ ਜੀ ਫਿਰ ਉਦਾਹਰਣ ਆ, ਵੇਖੋ, ਕ੍ਰੋਧ ਦੇ 3 ਪੱਖ ਆ। ਇੱਕ ਹੈ ਬੋਲਾਂ ਕਰਕੇ ਕ੍ਰੋਧ ਆਉਣਾ, ਇੱਕ ਹੈ ਇਹਦੇ ਤੋਂ ਉੱਪਰਲੀ ਬਿਰਤੀ, ਇੰਨਾ ਕ੍ਰੋਧ ਆ ਜਾਏ ਬੰਦਾ ਕਿਸੇ ਨੂੰ ਆਪਣੇ ਹੱਥਾਂ ਨਾਲ, ਪੈਰਾਂ ਨਾਲ ਮਾਰਨ ਦਾ ਯਤਨ ਕਰਦਾ। ਇਹਦੇ ਤੋਂ ਵੀ ਉੱਪਰਲੀ ਬਿਰਤੀ ਹੈ ਹਥਿਆਰ ਲੈ ਕੇ ਕਿਸੇ ਨੂੰ ਜਾਨੋਂ ਮਾਰ ਦੇਣਾ। ਪਰ ਗੁਰੂ ਬਾਬੇ ਦੇ ਚਰਨਾਂ ਤੋਂ ਬਲਿਹਾਰ ਜਾਈਏ, ਮਹਾਰਾਜ ਨੇ ਆਪਣੇ ਤਨ ਤੇ ਹੰਢਾ ਕੇ ਨਾ, ਜਿਹੜੇ ਬਚਨ ਬਾਣੀ ਚ ਲਿਖੇ, ਇਹਨਾਂ ਨੂੰ ਤਨ ਤੇ ਹੰਢਾ ਕੇ ਸਿਖਾਇਆ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ। ਬੜੇ ਲੋਕ ਸਨ ਜਿਨ੍ਹਾਂ ਕ੍ਰੋਧ ਭਰੀ ਦੁਨੀਆ ਦੇ ਆਗੂ ਹੁੰਦਿਆਂ ਬਾਬੇ ਨੂੰ ਕੁਰਾਈਆ, ਬੇਤਾਲਾ, ਭੂਤਨਾ ਤੱਕ ਕਿਹਾ। ਪਰ ਬਾਣੀ ਚ ਤੁਸੀਂ ਇਹ ਨਹੀਂ ਕਦੀ ਪੜੋਗੇ ਕਿ ਸੱਚੇ ਪਾਤਸ਼ਾਹ ਨੇ ਕਦੇ ਮੋੜਵਾਂ ਜਵਾਬ ਦਿੱਤਾ ਹੋਵੇ ਵੀ ਮੈਨੂੰ ਇੰਜ ਕਿਉਂ ਕਹਿ ਰਹੇ ਹੋ। ਗੱਲ ਸੀ ਉਹਨਾਂ ਦੇ ਕ੍ਰੋਧ ਨੂੰ ਸਹਿਣ ਦੀ ਗੱਲ ਸੀ, ਅਗਲੇ ਪਾਸਿਓਂ ਕ੍ਰੋਧ ਨਹੀਂ ਹੈ। ਧੰਨ ਗੁਰੂ ਨਾਨਕ ਸਾਹਿਬ ਮੱਕੇ ਦੀ ਧਰਤੀ ਆ, ਤੇ ਭਾਈ ਗੁਰਦਾਸ ਜੀ ਕਹਿੰਦੇ ਆ, ਜਾਂ ਸੁੱਤਾ ਬਾਬਾ ਰਾਤ ਨੂੰ ਵੱਲ ਮਹਿਰਾਬੇ ਪਾਏ ਪਸਾਰੀ, ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ, ਕੁਫਰ ਕੁਫਾਰੀ, ਟੰਗੋਂ ਪਕੜ ਕਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ। ਗੁਰੂ ਨਾਨਕ ਸਾਹਿਬ ਤੇ ਕ੍ਰੋਧਿਤ ਹੁੰਦੇ ਆ ਜੀਵਨ ਕਾਜੀ ਦੂਸਰਾ ਹਮਲਾ ਕਰਦਾ, ਬੜੀ ਜ਼ੋਰ ਦੇ ਨਾਲ ਲੱਤ ਮਾਰਦਾ। ਪਰ ਧਿਆਨ ਦੇਣਾ, ਬਾਬੇ ਨੇ ਲੱਤ ਦਾ ਜਵਾਬ ਲੱਤ ਨਾਲ ਨਹੀਂ ਪਿਆਰਿਓ, ਲੱਤ ਦਾ ਜਵਾਬ ਵੀ ਮੱਤ ਨਾਲ ਦਿੱਤਾ ਹੈ। ਧੰਨ ਗੁਰੂ ਅਮਰਦਾਸ ਦਾਤਾ ਜੀ
ਭਾਵੇਂ ਉਹਨਾਂ ਨੂੰ ਸਿੰਘਾਸਨ ਤੇ ਬੈਠਿਆਂ ਗੁਰੂ ਅੰਗਦ ਸਾਹਿਬ ਦੇ ਸੁਪੁੱਤਰ ਬਾਬਾ ਦਾਤੂ ਜੀ ਲੱਤ ਮਾਰਦੇ ਆ, ਬਲਿਹਾਰ ਜਾਈਏ ਉਸ ਦਾਤੇ ਤੋਂ ਜਿਨੇ ਇਸ ਕੌਮ ਨੂੰ ਸਿਰਜਿਆ, ਜਿਉਣ ਦਾ ਢੰਗ ਸਿਖਾਇਆ। ਆਖਿਆ ਗੁਰੂ ਸੁਪੁੱਤਰ ਹੋ ਤੁਸੀਂ, ਮੇਰੇ ਬੁੱਢੇ ਕਰੜੇ ਹੱਡਾਂ ਦੇ ਨਾਲ ਤੁਹਾਡੇ ਕੋਮਲ ਪੈਰਾਂ ਨੂੰ ਸੱਟ ਜ਼ਰੂਰ ਲੱਗੀ ਹੋਏਗੀ। ਤੀਜਾ ਪੱਖ ਕ੍ਰੋਧ ਦਾ, ਇਸ ਘਰ ਦੇ ਉੱਤੇ ਹਮਲਾਵਰ ਚੜ ਕੇ ਆਏ। ਪਰ ਕਮਾਲ ਹੈ, ਸਤਿਗੁਰੂ ਪਹਿਲ ਕਦਮੀ ਕਦੇ ਨਹੀਂ ਕੀਤੀ। ਜੇ ਕੋਈ ਆਇਆ ਮੁਕਾਬਲਾ ਕੀਤਾ, ਪਰ ਗੁਰੂ ਅੰਦਰ ਕ੍ਰੋਧ ਨਹੀਂ। ਗੁਰੂ ਜਦੋਂ ਡਿੱਗਦਾ ਹੈ ਨਾ ਪੈਂਦੇ ਖਾਂ ਵਰਗਾ, ਤੇ ਸਤਿਗੁਰੂ ਢਾਲ ਦੀ ਛਾਂ ਕਰਕੇ ਫਿਰ ਵੀ ਕਹਿੰਦੇ ਆ ਅੱਲਾ ਕਹੋ ਅੱਲਾ, ਇਹਦੇ ਨਾਲ ਤੇਰਾ ਹਾਲਤ ਤੇ ਪਲਤ ਸੁਧਰ ਜਾਏਗਾ। ਇਹ ਉਦਾਹਰਨਾਂ ਆ ਸਾਡੀ ਜ਼ਿੰਦਗੀ ਲਈ, ਕ੍ਰੋਧ ਦੀਆਂ ਉਦਾਹਰਨਾਂ। ਮਹਾਰਾਜ ਕਹਿੰਦੇ ਆ ਗੁਣ ਗਾਵੋ ਪੂਰਨ ਅਬਿਨਾਸੀ, ਕਾਮ ਕ੍ਰੋਧ ਬਿਖ ਜਾਰੇ। ਬੜੇ ਬੜੇ ਦੇਵੀ ਦੇਵਤੇ ਆਏ ਜੀ, ਹਾਰ ਗਏ ਵਿਕਾਰਾਂ ਹੱਥੋਂ। ਪਰ ਗੁਰੂ ਨਾਨਕ ਸਾਹਿਬ ਦੀ ਉਦਾਹਰਨ ਪੜੋ। ਰਾਜਾ ਸ਼ਿਵਨਾਬ ਸ਼੍ਰੀਲੰਕਾ ਦਾ ਇਲਾਕਾ ਹੈ, ਔਰ ਉਹਨੇ ਕੁਝ ਬੱਚੀਆਂ ਨੂੰ ਨਾਚ ਕਰਨ ਲਈ ਸੱਦਿਆ। ਜਿਹੜਾ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਕਹੇ ਤੁਸੀਂ ਨੱਚਣਾ ਸ਼ੁਰੂ ਕਰ ਦੇਣਾ। ਬੜੇ ਲੋਕ ਸਨ ਜਿਹੜੇ ਵਿਕਾਰਾਂ 'ਚ ਗ੍ਰਸਤ ਹੋਏ। ਜਿਸ ਦਿਨ ਦੀਨ ਦੁਨੀਆ ਦੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਗਏ, ਇਹ ਬਾਬੇ ਦੀ ਨਜ਼ਰ ਆ। ਮਹਾਰਾਜ ਸਿਰ ਤੇ ਹੱਥ ਰੱਖ ਕੇ ਆਂਦੇ ਆ, ਧੀਓ ਜਾਓ ਮਹਿਲਾਂ ਦਾ ਸੁੱਖ ਮਾਣੋ, ਧੀਆਂ ਕਦੇ ਬਾਪ ਸਾਹਮਣੇ ਨਹੀਂ ਨੱਚਦੀਆਂ ਹੁੰਦੀਆਂ। ਔਰ ਤੁਸੀਂ ਅੰਦਾਜ਼ਾ ਲਾਓ ਕਿੱਡੇ ਕਿੱਡੇ ਸਿੰਘ ਸੂਰਮੇ, ਕਿੰਨੇ ਕਮਾਲ ਦੇ ਰੱਬੀ ਪਿਆਰੇ ਜਨ ਮੁਰੀਦ ਸ਼ਹੀਦ ਹੋਏ, ਜਿਨ੍ਹਾਂ ਦੇ ਜੀਵਨ ਨੂੰ ਪੜੋਗੇ। ਕਈ ਬੱਚੀਆਂ ਦੇ ਡੋਲੇ, ਇਹ ਸਿੱਖ ਦੀ ਜ਼ਿੰਦਗੀ ਸੀ। ਧੀਆਂ ਦੇ ਡੋਲਿਆਂ ਨੂੰ ਮਹਿਫੂਜ਼ ਉਹਨਾਂ ਦੇ ਘਰੇ ਪਹੁੰਚਾ ਦੇਣਾ, ਕਿਉਂਕਿ ਜ਼ਿੰਦਗੀ 'ਚ ਕਾਮ ਦਾ ਵਲਵਲਾ ਨਹੀਂ, ਕ੍ਰੋਧ ਦਾ ਵਲਵਲਾ ਨਹੀਂ। ਪਰ ਅੱਜ ਇੱਕ ਗੱਲ ਇਹ ਦੁੱਖ ਨਾਲ ਜ਼ਰੂਰ ਕਹਿਣੀ ਪੈਂਦੀ ਹੈ, ਅਸੀਂ ਮਾਪਿਆਂ ਤੇ ਹੈਰਾਨ ਹੋਈਦਾ। ਅੱਜ 100 ਮਗਰ 99% ਸਾਡੀ ਹਾਲਤ ਏਦਾਂ ਦੀ ਹੈ, ਅਸੀਂ ਬਣ ਕੇ ਨਚਾਰ ਰਹਿ ਗਏ। ਤੇਗਾਂ ਦੀ ਛਾਂ ਮਾਨਣ ਵਾਲੀ ਕੌਮ, ਅੰਮ੍ਰਿਤ ਦੇ ਵਿੱਚੋਂ ਪੈਦਾ ਹੋਈ ਕੌਮ, ਰਬਾਬ ਤੋਂ ਲੈ ਕੇ ਤੇਗ ਦੀ ਧਾਰ ਤੱਕ ਦਾ ਸਫ਼ਰ ਆ ਸਿੱਖੀ ਦਾ। ਪਰ ਸਾਡੇ ਧੀਆਂ ਪੁੱਤ ਫੋਨਾਂ ਤੇ ਨਚਾਰ ਬਣਨ ਤੋਂ ਬਿਨਾਂ ਦੂਜੀ ਗੱਲ ਕੋਈ ਨਹੀਂ। ਹਰ ਬੰਦਾ, ਹਰ ਧੀ ਪੁੱਤ ਨਚਾਰ ਵਾਲੇ ਪਾਸੇ ਤੁਰ ਪਿਆ। ਪਿਆਰਿਓ, ਸਿੱਖ ਦਾ ਜੀਵਨ ਨਹੀਂ ਹੈ। ਸਿੱਖ ਤੇ ਵਿਕਾਰਾਂ ਤੋਂ ਉੱਚੀ ਉੱਠੀ ਜ਼ਿੰਦਗੀ ਦਾ ਨਾਂ ਆ, ਕਿਉਂਕਿ ਸਤਿਗੁਰੂ ਹੀ ਜੀਵਨ ਨੂੰ ਘੜਦੇ ਆ। ਮਹਾਰਾਜ ਫਿਰ ਅੱਜ ਕਹਿੰਦੇ ਆ, ਉਸ ਮਾਲਕ ਦੇ ਗੁਣਾਂ ਨੂੰ ਗਾਇਆ ਕਰ, ਜਿਹਦੇ ਗੁਣ ਗਾਉਣ ਦੇ ਨਾਲ ਕਾਮ ਤੇ ਕ੍ਰੋਧ ਸਦੀਵੀ ਤੌਰ ਤੇ ਮੁੱਕ ਜਾਂਦੇ ਹਨ। ਮਹਾ ਬਿਖਮ ਅਗਨ ਕੋ ਸਾਗਰ, ਸਾਧੂ ਸੰਗ ਉਦਾਰੇ। ਇਹ ਸੰਸਾਰ ਜਿਹੜਾ ਇੱਕ ਸਾਗਰ ਦੀ ਨਿਆਈ ਹੈ, ਅਗਨੀ ਦਾ ਸਾਗਰ ਹੈ। ਤਿਤ ਸਰਵਰੜੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ, ਪੱਗ ਨਹੀਂ ਚੱਲੇ ਹਮ ਦੇਖਾ ਤੈਂ ਡੂਬੀਅਲੇ। ਮਹਾਰਾਜ ਕਿਤੇ ਇਹਨੂੰ ਧੂਏ ਦਾ ਪਹਾੜ, ਕਿਤੇ ਇਹਨੂੰ ਮਹਾਰਾਜ ਮੈਦਾਨ ਕਹਿੰਦੇ ਆ, ਉਹ ਜੰਗ ਦਾ ਜਿੱਥੇ ਵੱਡੇ ਵੱਡੇ ਲੋਕ ਲੜਦੇ ਆ, ਮਰ ਜਾਂਦੇ ਮੁੱਕ ਜਾਂਦੇ ਆ। ਪਰ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਆ, ਇਹ ਅੱਗ ਦਾ ਸਾਗਰ ਆ, ਤੇ ਸਾਧੂ ਦੀ ਕਮਾਈ ਵਾਲੇ ਗੁਰਮੁਖ ਦੀ ਸੰਗਤ ਔਰ ਗੁਰੂ ਦੀ ਸੰਗਤ ਵਿੱਚ ਜੁੜਿਆ ਤਰ ਜਾਈਦਾ ਹੈ। ਪੂਰੇ ਗੁਰ ਮਿਟਿਓ ਭਰਮ ਅੰਧੇਰਾ। ਜ਼ਿੰਦਗੀ ਵਿੱਚ ਜਿੰਨਾ ਅਗਿਆਨਤਾ ਦਾ ਹਨੇਰਾ ਹੈ, ਪੂਰੇ ਗੁਰੂ ਤੋਂ ਬਿਨਾਂ ਭਰਮ ਦੇ ਹਨੇਰੇ ਨੂੰ ਮਿਟਾਉਣ ਵਾਲਾ ਕੋਈ ਨਹੀਂ। ਕਿਉਂਕਿ ਸੰਸਾਰ ਜੀ ਹਨੇਰੇ ਵਿੱਚ ਰਿਹਾ, ਔਰ ਜਦੋਂ ਅੰਧਕਾਰ ਦੇ ਵਿੱਚ ਜ਼ਿੰਦਗੀ ਜਿਉਂਦੀ ਹੈ ਤੇ ਪੂਰਾ ਗੁਰੂ ਹੀ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ। ਹਜ਼ੂਰ ਬਾਬਾ ਜੀ ਕਹਿੰਦੇ ਆ, ਪੂਰੇ ਗੁਰ ਮੇਟਿਓ ਭਰਮ ਅੰਧੇਰਾ। ਪੂਰੇ ਗੁਰੂ ਨੂੰ ਭੇਟਣਾ ਕੀਤਾ, ਸਿਮਰਨਾ ਕੀਤਾ, ਤੇ ਜ਼ਿੰਦਗੀ ਦੇ ਵਿੱਚੋਂ ਭਰਮ ਰੂਪੀ ਅੰਧੇਰਾ ਖਤਮ ਹੋ ਗਿਆ। ਭਜ ਪ੍ਰੇਮ ਭਗਤ ਪ੍ਰਭ ਨੇਰਾ। ਭਜ ਮੈਂ ਨਾ
ਭਜਿਆ ਕਰ, ਜਪਿਆ ਕਰ। ਔਰ ਜਪਣਾ ਕਿਵੇਂ ਆ? ਮਹਾਰਾਜ ਕਹਿੰਦੇ ਪ੍ਰੇਮ ਦੇ ਨਾਲ, ਪ੍ਰੇਮਾ ਭਗਤੀ ਦੇ ਨਾਲ। ਇਹਨਾਂ ਉਸ ਗੁਰੂ ਨੂੰ ਅਰਾਧ, ਕਿਉਂਕਿ ਮਾਲਕ ਤੋਂ ਵੱਧ ਦੁਨੀਆ 'ਚ ਤੇਰੇ ਨੇੜੇ ਕੋਈ ਨਹੀਂ ਹੈ। ਇਹ ਯਾਦ ਰਹੇ, ਦੁਨੀਆ ਦਾ ਕੋਈ ਨਾਤਾ ਰਿਸ਼ਤਾ ਨਹੀਂ ਆ ਪਿਆਰਿਓ ਜਿਹੜਾ ਸਾਡੇ ਸਭ ਤੋਂ ਨੇੜੇ ਹੋਏ। ਇੱਥੇ ਤੇ ਮਾਲਕ ਜੀ ਕਹਿੰਦੇ ਆ, ਕਹੋ ਰਵੇ ਦਾਸ ਹਾਥ ਪੈ ਨੇਰਾ, ਸਹਿਜੇ ਹੋਏ ਸੋ ਹੋਈ। ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ। ਗੁਰ ਮੇਰਾ ਸੰਗ ਸਦਾ ਹੈ ਨਾਲੇ। ਗੁਰੂ ਤੋਂ ਨੇੜੇ ਕੋਈ ਵੀ ਨਹੀਂ। ਔਰ ਉਸ ਮਾਲਕ ਨੂੰ ਪ੍ਰੇਮ ਰੂਪ ਦੇ ਵਿੱਚ ਜਪਿਆ ਕਰ। ਰਹਾਉ ਹਰ ਹਰ ਨਾਮ ਨਿਧਾਨ ਰਸ ਪੀਆ, ਮਨ ਤਨ ਰਹੇ ਅਗਾਈ। ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਨ੍ਹਾਂ ਨੇ ਨਾਮ ਨਿਧਾਨ ਰਸ ਪੀ ਲਿਆ, ਭਾਵ ਗੁਰੂ ਦੇ ਨਾਮ ਨੂੰ ਇੰਨੀ ਭਾਵਨਾ ਨਾਲ ਜਪਿਆ, ਜਪਦਿਆਂ ਉਹ ਰਸ ਮਾਣਿਆ, ਮਨ ਤਨ ਰਹੇ ਅਘਾਈ। ਮਨ ਤੇ ਤਨ ਤ੍ਰਿਪਤ ਹੋ ਗਏ, ਕਿਉਂਕਿ ਇਹ ਰਸ ਆ ਇੱਕ ਸੰਸਾਰ ਦਾ ਰਸ ਆ, ਜਿਹੜੇ ਸੰਸਾਰ ਵਿੱਚੋਂ ਰੱਜਿਆ ਕੋਈ ਨਹੀਂ। ਬਾਬਾ ਜੀ ਕਹਿੰਦੇ ਨੇ, ਆਨ ਰਸਾ ਜੇਤੇ ਤੈਂ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ। ਹਰ ਰਸ ਕਾ ਤੂੰ ਚਾਖ ਹੈ ਸਾਧ, ਚਾਖਤ ਹੋਏ ਰਹੇ ਬੇਸਮਾਦ। ਧਿਆਨ ਦੇਣਾ, ਤਨ ਦੇ ਰਸ ਆ। ਜ਼ਿੰਦਗੀ ਵਿੱਚ ਤੇ ਬੰਦਾ ਕੱਪੜੇ ਦਾ ਇੰਨਾ ਗੁਲਾਮ ਆ। ਸਾਡੇ ਘਰਾਂ ਦੀਆਂ ਕਹਾਣੀਆਂ ਆ, ਬੰਦਾ ਕੱਪੜੇ ਤੋਂ ਨਹੀਂ ਰੱਜ ਸਕਿਆ ਜੀ। ਕੱਪੜਾ ਸਿਰਫ ਨੰਗੇਜ਼ ਕੱਜਣ ਦਾ ਸਾਧਨ ਆ, ਖਿਮਾ ਕਰਿਓ। ਪਰ ਇਹਨਾਂ ਇਸ ਰਸ ਦੇ ਵਿੱਚ ਖੱਪ ਗਏ, ਕਿਉਂਕਿ ਅੰਦਰ ਉਹ ਰਸ ਹੈ ਹੀ ਨਹੀਂ ਜਿਹਦਾ ਕਰਕੇ ਇਹ ਰਸ ਜਾਣਾ ਸੀ। ਮਹਾਰਾਜ ਕਹਿੰਦੇ ਆ, ਰਾਮ ਰਸ ਪੀਆ ਰੇ, ਜਿਹੇ ਰਸ ਬਿਸਰ ਗਏ ਰਸ ਔਰ। ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਾਸੇ ਸੋ ਰਸ ਪਹਿਚਾਨਿਆ। ਫਿਰ ਕਹਿੰਦੇ ਆ, ਇਹ ਰਸ ਛਾਡਾ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਜਿਸ ਦਿਨ ਜਪਜੀ ਬਾਣੀ ਚੋਂ ਰਸ ਆਉਣ ਲੱਗ ਪਿਆ, ਸਤਿਗੁਰੂ ਦੀ ਸੇਵਾ ਵਿੱਚੋਂ, ਨਾਮ ਵਿੱਚੋਂ, ਬਾਣੀ ਸੁਣਨ ਪੜਨ ਵਿੱਚੋਂ ਰਸ ਆਉਣ ਲੱਗ ਪਿਆ, ਸੱਚਿਆ ਜ਼ਿੰਦਗੀ ਉਸ ਦਿਨ ਤ੍ਰਿਪਤ ਹੁੰਦੀ ਹੈ। ਤ੍ਰਿਪਤ ਭਈ ਸੱਚ ਭੋਜਨ ਖਾਇਆ। ਗੁਰੂ ਦੇ ਨਾਮ ਤੋਂ ਬਿਨਾਂ ਇਹ ਜੀਵਨ ਤ੍ਰਿਪਤ ਨਹੀਂ। ਇਸ ਲਈ ਪਾਤਸ਼ਾਹ ਕਹਿੰਦੇ ਆ, ਉਹ ਮਾਲਕ ਦੇ ਨਾਮ ਰਸ ਨੂੰ ਪੀਤਾ, ਮਨ ਤੇ ਤਨ ਤ੍ਰਿਪਤ ਹੋ ਗਿਆ ਹੈ। ਜਤ ਕਤ ਪੂਰ ਰਹਿਓ ਪਰਮੇਸ਼ਰ, ਕਤ ਆਵੈ ਕਤ ਜਾਈ। ਸਾਰੇ ਪਾਸੇ ਉਹ ਪਰਮੇਸ਼ਰ ਭਰਪੂਰ ਰੂਪ ਦੇ ਵਿੱਚ ਵਸ ਰਿਹਾ। ਨਾ ਉਹ ਕਿਤੋਂ ਆਉਂਦਾ ਤੇ ਨਾ ਕਿਤੇ ਜਾਂਦਾ। ਉਹਨੂੰ ਜਿੱਥੇ ਸਿਮਰੀਏ, ਜਿੱਥੇ ਚੇਤਾ ਕਰੀਏ, ਜਹ ਜਹ ਪੇਖੋਂ ਤਹ ਹਜ਼ੂਰ, ਦੂਰ ਕਤਹੁ ਨਾ ਜਾਈ। ਰਵ ਰਹਿਆ ਸਰਬਤਰ ਮੈਂ ਮਨ ਸਦਾ ਤੇ ਆਈ। ਈਤ ਊਤ ਨਹੀਂ ਵਿਛੜੈ ਸੋ ਸੰਗੀ ਗਨੀਐ, ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਪਨੀਐ। ਸਤਿਗੁਰੂ ਐਸਾ ਜਿਨੇ ਜਿੱਥੇ ਅਰਾਧਿਆ, ਜਿੱਥੇ ਹਰ ਆਰਾਧੀਐ ਤਿੱਥੇ ਹਰ ਮਿਤ ਸਹਾਈ। ਕਿਉਂਕਿ ਉਹ ਹੈ ਸਦਾ ਨਾਲ ਆ। ਪਹਿਚਾਨਣ ਦੀ, ਸਮਝਣ ਦੀ ਲੋੜ ਹੈ। ਅੱਖ ਦੇ ਵਿੱਚ ਸਿਰਫ ਭਰਮ ਦਾ ਕੱਖ ਆ ਤਾਂ ਉਹ ਨਜ਼ਰ ਹੀ ਨਹੀਂ ਆਉਂਦਾ। ਜਿਸ ਦਿਨ ਭਰਮ ਮਿਟ ਜਾਂਦਾ ਹੈ, ਸਤਿਗੁਰੂ ਕਹਿੰਦੇ ਉਹ ਸਮੁੱਚੀ ਕਾਇਨਾਤ ਜ਼ਰੇ ਜ਼ਰੇ ਦੇ ਵਿੱਚ, ਕਿਣਕੇ ਕਿਣਕੇ ਵਿੱਚ ਉਹਦਾ ਹੀ ਵਾਸ ਹੈ ਜੀ। ਜਪ ਤਪ ਸੰਜਮ ਗਿਆਨ ਤਤ ਬੇਤਾ, ਜਿਸ ਮਨ ਵਸੈ ਗੋਪਾਲਾ। ਜਿਸ ਹਿਰਦੇ ਵਿੱਚ ਗੁਰੂ ਦੀ ਰਹਿਮਤ, ਗੁਰੂ ਦੇ ਨਾਮ ਦਾ ਕਿਣਕਾ ਵਸ ਜਾਂਦਾ ਆ, ਉਹਦੇ ਜੀਵਨ ਚ ਕੀ ਕੁਛ ਮਿਲਦਾ ਹੈ? ਜਪ ਤਪ ਸੰਜਮ ਗਿਆਨ ਤਤ ਬੇਤਾ। ਉਹਦੀ ਜ਼ਿੰਦਗੀ ਗੁਰੂ ਦੇ ਜਪ ਨਾਲ, ਤਪ ਨਾਲ, ਸੰਜਮ ਨਾਲ, ਗਿਆਨ ਨਾਲ ਭਰ ਜਾਂਦੀ ਹੈ। ਔਰ ਉਹ ਤਤਵੇਤਾ ਹੋ ਜਾਂਦਾ ਹੈ, ਭਾਵ ਸੰਸਾਰ ਵਿੱਚ ਰਹਿੰਦਿਆਂ ਨਿਰੰਕਾਰ ਦੀ, ਅਕਾਲ ਪੁਰਖ ਦੇ ਘਰ ਦੀ ਸੋਝੀ ਰੱਖਦਾ। ਜਿਸ ਮਨ ਵਸੈ ਗੋਪਾਲਾ, ਜਿਸ ਮਨ ਵਿੱਚ ਮਾਲਕ ਦਾ ਨਾਮ, ਗੁਰੂ ਦੀ ਰਹਿਮਤ
ਵਸ ਜਾਂਦੀ ਹੈ। ਨਾਮ ਰਤਨ ਜਿਨ ਗੁਰਮੁਖ ਪਾਇਆ, ਤਾਕੀ ਪੂਰਨ ਕਾਲਾ। ਨਾਮ ਰਤਨ ਜਿਨ ਗੁਰਮੁਖ ਪਾਇਆ, ਜਿਨ੍ਹਾਂ ਨਾਮ ਰਤਨ ਹਿਰਦੇ ਵਿੱਚ ਵਸਾ ਲਿਆ, ਤਾਕੀ ਪੂਰਨ ਕਾਲਾ, ਉਹਨਾਂ ਦੀ ਕਾਲ ਜਿਹੜੀ ਹੈ ਸੰਪੂਰਨ ਹੋ ਜਾਂਦੀ ਹੈ। ਅੱਜ ਦਾ ਵਿਸ਼ੇਸ਼ ਦਿਹਾੜਾ ਉਸ ਮਹਾਨ ਗੁਰੂ ਕੇ ਲਾਲ, ਗੁਰੂ ਕੇ ਸਪੁੱਤਰ, ਸ਼ਹੀਦ, ਸਤਿਕਾਰਯੋਗ ਗੁਰਮੁਖ ਪਿਆਰੇ ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਜੀ ਲੀਲ, ਜਿਨ੍ਹਾਂ ਦਾ ਅੱਜ ਸ਼ਹਾਦਤ ਦਾ ਦਿਹਾੜਾ ਹੈ। ਮਹਾਰਾਜ ਕਹਿੰਦੇ ਆ, ਕਾਲ ਉਹਨਾਂ ਦੀ ਪੂਰਨ ਹੋਈ ਜਿਨ੍ਹਾਂ ਦੇ ਅੰਦਰ ਗੁਰੂ ਦਾ ਨਾਮ ਵਸਦਾ ਹੈ। ਇੱਕ ਵਿਦਵਾਨ ਦਾ ਬੜਾ ਪਿਆਰਾ ਬੋਲ ਹੈ, ਉਹ ਕਹਿੰਦਾ, ਕਦੇ ਬਣਦਾ ਇਤਿਹਾਸ ਨਹੀਂ ਇਸ ਗੱਲੋਂ, ਅਸੀਂ ਰਾਜਿਆਂ ਦੇ ਕਿੰਨੇ ਪੂਰ ਜੰਮੇ। ਇਤਿਹਾਸ ਉਹਨਾਂ ਦਾ ਨਹੀਂ ਹੈ ਵੀ ਰਾਜਿਆਂ ਦੇ ਘਰ ਚ ਕੌਣ ਕੌਣ ਆਇਆ। ਕਦੇ ਬਣਦਾ ਇਤਿਹਾਸ ਨਹੀਂ ਇਸ ਗੱਲੋਂ, ਅਸੀਂ ਰਾਜਿਆਂ ਦੇ ਕਿੰਨੇ ਪੂਰ ਜੰਮੇ। ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਏ, ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ। ਅਮਰ ਰਹਿੰਦੀਆਂ ਜੱਗ ਤੇ ਉਹ ਕੌਮਾਂ, ਜਿਹੜੀਆਂ ਕੌਮਾਂ ਨੂੰ ਮਰਨ ਦਾ ਝੱਲ ਪੈ ਜਾਏ। ਮੁੱਲ ਪੈਂਦਾ ਏ ਸਦਾ ਸ਼ਹੀਦੀਆਂ ਦਾ, ਭਾਵੇਂ ਅੱਜ ਪੈ ਜਾਏ ਤੇ ਭਾਵੇਂ ਕੱਲ ਪੈ ਜਾਏ। ਧਿਆਨ ਦੇਣਾ ਪਿਆਰਿਓ, ਕਦੀ ਇਸ ਧਰਤੀ ਦੇ ਉੱਤੇ ਹਮਲਾਵਰ ਹੋ ਕੇ ਆਉਂਦਾ ਆ ਅਹਿਮਦ ਸ਼ਾਹ ਅਬਦਾਲੀ, ਔਰ ਉਹਨੇ ਇੰਨੇ ਹਮਲੇ ਭਾਰਤ ਵਰਸ਼ ਤੇ ਕੀਤੇ, ਲੋਕਾਂ ਦਾ ਇੱਕ ਅਖਾਣ ਬਣ ਗਿਆ, ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹ ਦਾ, ਵੀ ਜਿਹੜਾ ਖਾ ਪੀ ਲਿਆ ਉਹੀ ਪੱਲੇ ਹੈ, ਬਾਕੀ ਉਹਨੇ ਲੁੱਟ ਕੇ ਲੈ ਜਾਣਾ। ਇੱਕ ਉਹ ਵਕਤ ਆਇਆ ਜਦੋਂ ਪੰਜਾਬ ਦੀ ਧਰਤੀ ਤੇ ਪੰਜਾਬੋਂ ਬਾਹਰ ਖਾਲਸਾ ਜੀ ਦਾ ਬੋਲ ਬਾਲਾ ਹੋਇਆ। ਆਸੇ ਪਾਸੇ ਦੇ ਲੋਕ ਗੁਰੂ ਕੇ ਲਾਲਾਂ ਦੇ ਕੋਲੋਂ ਸਹਾਇਤਾ ਮੰਗਦੇ। ਇੱਕ ਵਕਤ ਉਹ ਹੈ, 7ਵਾਂ ਹਮਲਾ ਕਰਨ ਵਾਸਤੇ ਅਹਿਮਦ ਸ਼ਾਹ ਅਬਦਾਲੀ ਆਪਣੀ ਧਰਤੀ ਤੋਂ ਚੱਲਿਆ, ਔਰ ਦੂਸਰੇ ਪਾਸੇ ਨਜੀਬੋ ਦੌਲਾ ਦਿੱਲੀ ਦੇ ਤਖਤ ਦੇ ਉੱਤੇ ਬੈਠਾ ਹੈ। ਸਰਦਾਰ ਜਵਾਹਰ ਸਿੰਘ ਭਰਤਪੁਰੀਏ ਦੇ ਬਾਪ ਦਾ ਕਤਲ ਨਜੀਬੋ ਦੌਲਾ ਨੇ ਕੀਤਾ, ਔਰ ਸਰਦਾਰ ਜਵਾਹਰ ਸਿੰਘ ਭਰਤਪੁਰੀਆ ਮਰਾਠਿਆਂ ਤੋਂ ਮਦਦ ਮੰਗੀ, ਮਰਾਠੇ ਨਾਲ ਨਾ ਖੜੋਤੇ। ਦਲ ਖਾਲਸਾ ਦੇ ਆਗੂ ਸਤਿਕਾਰਯੋਗ ਸੁਲਤਾਨ ਉਲ ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆ 15,000 ਦੀ ਫੌਜ ਲੈ ਕੇ ਸਰਦਾਰ ਜਵਾਹਰ ਸਿੰਘ ਭਰਤਪੁਰੀਏ ਦੀ ਮਦਦ ਦੇ ਨਾਲ ਦਿੱਲੀ ਜਾ ਖੜੋਤਾ। ਦੂਸਰੇ ਪਾਸੇ ਭੰਗੀ ਸਰਦਾਰ ਸਨ ਜਿਹੜੇ, ਇਹ ਆਪਣੀਆਂ ਮਿਸਲਾਂ ਦੇ ਨਾਲ ਉਸ ਵੇਲੇ ਸਾਂਦਲ ਬਾਰ ਦੇ ਇਲਾਕੇ ਵਿੱਚ ਵਿਚਰ ਰਹੇ ਆ। ਤੀਸਰਾ ਪਾਸਾ ਸਰਦਾਰ ਚੜਤ ਸਿੰਘ ਸ਼ੁਕਰ ਚੱਕੀਆ, ਉਹਨਾਂ ਕੋਲ ਉਸ ਵੇਲੇ ਇਲਾਕਾ ਲਾਹੌਰ ਦਾ ਆ। ਮੁੱਕਦੀ ਗੱਲ, ਜਿਹੜਾ ਕੇਂਦਰੀ ਪੰਜਾਬ ਆ ਜਿੱਥੇ ਅਸੀਂ ਬੈਠੇ ਆ, ਇਹ ਤਕਰੀਬਨ ਯੋਧਾ ਸੂਰਮਿਆਂ ਤੋਂ ਉਸ ਵੇਲੇ ਖਾਲੀ ਹੈ। ਆਸੇ ਪਾਸੇ ਦੀਆਂ ਮੁਹਿੰਮਾਂ ਤੇ ਸਰਦਾਰ ਚੜੇ ਹੋਏ। ਜਦੋਂ ਅਬਦਾਲੀ ਲਾਹੌਰ ਆਇਆ ਨਾ, ਲਾਹੌਰ ਉਹਨੇ ਆਪਣਾ ਫੌਜੀ ਕੈਂਪ ਲਾਇਆ ਤੇ ਸਰਦਾਰ ਚੜਤ ਸਿੰਘ ਹੁਣਾਂ ਨੇ ਐਸਾ ਹਮਲਾ ਕੀਤਾ, ਅਬਦਾਲੀ ਦੇ ਜਿੰਨੇ ਪਠਾਨ ਸਨ ਭੱਜਦਿਆਂ ਰਾਹ ਨਾ ਲੱਭਿਆ। ਬੜਾ ਔਖਾ ਹੋਇਆ ਵੀ ਇਹ ਕੌਣ ਹੈ ਜਿਹੜੇ ਵਾਰ-ਵਾਰ ਮੇਰੇ ਤੇ ਹਮਲਾ ਕਰਦੇ ਐ। ਪਤਾ ਲੱਗਾ ਕਿ ਸਰਦਾਰ ਚੜਤ ਸਿੰਘ ਕੁਝ ਗਿਣਵੇਂ ਚੌਣਵੇਂ ਨੌਜਵਾਨਾਂ ਨੂੰ ਲੈ ਕੇ ਲੜਿਆ ਔਰ ਸਭ ਕੁਝ ਲੁੱਟ-ਪੁੱਟ ਕੇ ਲੈ ਗਿਆ। ਸੂਈਆਂ ਖਬਰ ਦਿੱਤੀ ਵੀ ਇਸ ਵੇਲੇ ਇਹਨਾਂ ਦਾ ਕੇਂਦਰੀ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਕੁਝ ਕੁ ਸਿੱਖ ਉਸ ਇਲਾਕੇ ਵੱਲ ਚਲੇ ਗਏ। ਅਬਦਾਲੀ ਨੇ ਕੁਝ ਬਲੋਚ ਨਾਲ ਲਏ, ਮੀਰ ਖਾਨ ਨੂੰ ਨਾਲ ਲੈ ਕੇ ਤਕਰੀਬਨ 36,000 ਦੀ ਫੌਜ ਲੈ ਕੇ ਉਹਨੇ ਅੰਮ੍ਰਿਤਸਰ ਸਾਹਿਬ ਨੂੰ ਘੇਰਾ ਪਾਇਆ। ਇੱਥੇ ਉਸ ਵੇਲੇ ਗੁਰੂ ਕੇ ਲਾਲ ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਜੀ, ਜਿਹੜੇ ਅੰਮ੍ਰਿਤਸਰ ਜ਼ਿਲ੍ਹੇ ਦਾ ਹੀ ਪਿੰਡ ਹੈ ਲੀਲ, ਇੱਥੋਂ ਦੇ ਰਹਿਣ ਵਾਲੇ ਸਨ। 30 ਕੁ ਆਪਣੇ ਜਥੇ ਦੇ ਸਿੰਘਾਂ ਦੇ ਨਾਲ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦੀਆਂ ਸੇਵਾਵਾਂ ਦੇ ਵਿੱਚ ਤਤਪਰ ਸਨ। ਰੋਜ਼ਾਨਾ ਪ੍ਰਕਾਸ਼ ਕਰਨਾ,
ਅੰਮ੍ਰਿਤ ਬਾਣੀ ਦੇ ਨੇਮ ਹੋਣੇ, ਕੀਰਤਨ ਹੋਣਾ, ਵਿਚਾਰ ਹੋਣੀ, ਪ੍ਰਸ਼ਾਦਾ ਪਾਣੀ ਆਇਆ ਹੋਇਆਂ ਨੂੰ ਛਕਾਉਣਾ। ਕੇਵਲ 30 ਕੁ ਸਿੰਘ ਇਹ ਸੇਵਾ ਨਿਭਾ ਰਹੇ ਸਨ। ਅਚਾਨਕ ਪਤਾ ਲੱਗਾ ਕਿ ਅਬਦਾਲੀ ਨੇ ਅੰਮ੍ਰਿਤਸਰ ਨੂੰ ਘੇਰਾ ਪਾਇਆ ਔਰ ਹਮਲਾ ਕਰਨ ਦੀ ਤਾਕ ਵਿੱਚ ਹੈ। ਬਾਬਾ ਗੁਰਬਖਸ਼ ਸਿੰਘ ਜੀ ਨੇ ਆਵਾਜ਼ ਦਿੱਤੀ, ਯੋਧੇ ਸੂਰਮਿਆਂ ਨੂੰ ਇਕੱਠਿਆਂ ਕੀਤਾ, ਕੜਾਹ ਪ੍ਰਸ਼ਾਦ ਦੀ ਦੇਗ ਕਰਕੇ ਆਨੰਦ ਸਾਹਿਬ ਦੀ ਬਾਣੀ ਪੜ੍ਹ ਕੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਇਹ ਤੁਹਾਡਾ ਦਰ ਹੈ, ਸੱਚ ਦੇ ਉੱਤੇ ਹਮਲੇ ਹੁੰਦੇ ਆਏ ਤੇ ਹੁੰਦੇ ਰਹਿਣਗੇ। ਧਿਆਨ ਦੇਣਾ, 10 ਹਮਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਅੱਜ ਤੱਕ ਹੋਏ, ਜਿਹੜੇ ਬਾਹਰੀ ਰੂਪ 'ਚ ਆ। ਅੰਦਰੂਨੀ ਰੂਪ ਦੇ ਵਿੱਚ ਪਤਾ ਨਹੀਂ ਕੀ ਕੁਝ ਕੋਈ ਕਰ ਰਿਹਾ ਹੈ। ਗੁਰੂ ਰਾਮਦਾਸ ਮਹਾਰਾਜ ਦੀਆਂ ਰਹਿਮਤਾਂ ਤੇ ਉਹ ਜਾਣਨ। ਖੈਰ, ਬਾਬਾ ਗੁਰਬਖਸ਼ ਸਿੰਘ ਜੀ ਨੇ ਆਵਾਜ਼ ਦਿੱਤੀ, ਯੋਧਿਆਂ 4 ਪਰਿਕਰਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਕੀਤੀਆਂ। ਮਹਾਰਾਜ ਜਿੰਨਾ ਚਿਰ ਸਵਾਸ ਆ, ਮਿਹਰ ਕਰਿਓ ਤੇਰੇ ਘਰ ਨੂੰ ਕੋਈ ਕੈਰੀ ਅੱਖ ਨਾਲ ਨਹੀਂ ਵੇਖ ਸਕਦਾ। ਇਧਰੋਂ ਸਤਿ ਸ੍ਰੀ ਅਕਾਲ ਦੇ ਜੈਕਾਰੇ ਲੱਗੇ। ਪਤਾ ਲੱਗਿਆ ਅਬਦਾਲੀ ਦੀ ਫੌਜ ਸ੍ਰੀ ਅਕਾਲ ਤਖਤ ਸਾਹਿਬ ਦੇ ਨਜ਼ਦੀਕ ਆ ਗਈ ਔਰ ਗੁਰੂ ਕੇ ਲਾਲ 30 ਸਿੰਘ ਔਰ 5 ਦਾ ਜਥਾ ਬਣਾ ਕੇ ਮੈਦਾਨੇ ਸਿੰਘ ਡਟਣੇ ਸ਼ੁਰੂ ਹੋ ਗਏ। ਕਈਆਂ ਨੂੰ ਭਾਜੜਾਂ ਪਾਉਂਦਿਆਂ, ਸੱਥਰ ਵਿਛਾਉਂਦਿਆਂ, ਲਾਸ਼ਾਂ ਦੇ ਢੇਰ ਲੱਗਦਿਆਂ ਇੱਕ ਇੱਕ ਕਰਕੇ ਗੁਰੂ ਕਾ ਲਾਲ ਸ਼ਹਾਦਤ ਤੇ ਜਾਮ ਪੀਂਦਾ ਹੈ ਔਰ ਆਪਣੇ ਲਹੂ ਦੇ ਨਾਲ ਇਸ ਧਰਤੀ ਨੂੰ ਪਵਿੱਤਰ ਕਰ ਦਿੱਤਾ। ਔਰ ਤਾਂ ਹੀ ਕਿਹਾ ਜਾਂਦਾ ਪਿਆਰਿਓ, ਪਰ ਕਰਮਾਂ ਦੇ ਵਿੱਚ ਜਦੋਂ ਚੱਲਦੇ ਆ, ਹਰ ਕਦਮ ਦੇ ਨਾਲ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਵਾਰ-ਵਾਰ ਨਮਸਕਾਰ ਕਰੋ। ਪਤਾ ਨਹੀਂ ਕਿੰਨੇ ਸ਼ਹੀਦਾਂ ਦੇ ਸੀਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾਂ 'ਚ ਲੱਗੇ। ਔਰ ਸੱਚ ਆ, ਪੰਜਾਬ ਦੀ ਧਰਤੀ ਜਾਂ ਬਾਹਰ ਦਰਿਆਵਾਂ ਦੇ ਵਿੱਚ ਪਿਆਰਿਓ ਇੰਨਾ ਪਾਣੀ ਨਹੀਂ ਹੋਣਾ ਜਿੰਨਾ ਸ਼ਹੀਦਾਂ ਨੇ ਇਸ ਦੇਸ਼ ਲਈ, ਇਸ ਥਾਂ ਲਈ ਆਪਣਾ ਖੂਨ ਡੋਲਿਆ ਆ। ਕਿਉਂਕਿ ਸ਼ਹੀਦਾਂ ਦੇ ਖੂਨ ਕਰਕੇ ਹੀ ਪਿਆਰਿਓ ਕੌਮਾਂ ਜਿਉਂਦੀਆਂ ਰਹਿੰਦੀਆਂ ਆ। ਔਰ ਵਿਦਵਾਨ ਕਹਿੰਦਾ, ਜਿੱਥੋਂ ਮੁੱਕਦੀ ਮਜਨੂਆ ਰਾਂਝਿਆਂ ਦੀ, ਉੱਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ। ਸਾਡੇ ਲੜਦਿਆਂ ਲੜਦਿਆਂ ਸਿਰ ਲੈ ਗਏ, ਪਰ ਜਿਸਮ ਚੋਂ ਗਈ ਨਾ ਜਾਨ ਸਾਡੀ। ਹੁੰਦਾ ਰਿਹਾ ਏ ਡੱਕਰੇ ਜਿਸਮ ਸਾਡਾ, ਪਰ ਫਿਰ ਵੀ ਸੀ ਨਾ ਕਿਹਾ ਜ਼ੁਬਾਨ ਸਾਡੀ। ਤਰਦੇ ਨੇ ਲੋਕ ਚਨਾਹ ਅੰਦਰ, ਅਸੀਂ ਲਹੂ ਅੰਦਰ ਲਾਈਆਂ ਤਾਰੀਆਂ ਨੇ। ਸਾਡੇ ਪਿਆਰ ਨੂੰ ਪਰਖਿਆ ਰੰਬੀਆਂ ਨੇ, ਸਾਡੇ ਇਸ਼ਕ ਨੂੰ ਪਰਖਿਆ ਆਰੀਆਂ ਨੇ। ਬਾਬਾ ਗੁਰਬਖਸ਼ ਸਿੰਘ ਜੀ ਆਪਣੇ ਜਥੇ ਸਮੇਤ ਮੈਦਾਨੇ ਜੰਗ ਲੜਦਿਆਂ, ਔਰ ਕੋਈ ਢਾੜ ਦੇ ਨਾਲ, ਕੋਈ ਸੰਜੋ ਲੈ ਕੇ ਨਹੀਂ ਲੜੇ। ਬਾਬਾ ਗੁਰਬਖਸ਼ ਸਿੰਘ ਦੇ ਸਰੀਰ ਤੇ ਇੰਨੇ ਕੁ ਨੇਜ਼ੇ ਤੇ ਤੀਰ ਵੱਜੇ, ਜਿਵੇਂ ਮਸ਼ਕ ਦੇ ਵਿੱਚੋਂ ਪਾਣੀ ਡੋਲਦਾ ਹੈ, ਇਵੇਂ ਉਸ ਯੋਧੇ ਦੇ ਸਰੀਰ ਦੇ ਵਿੱਚੋਂ ਖੂਨ ਦੇ ਫੁਆਰੇ ਛੁੱਟ ਪਏ। ਔਰ ਉਹਨਾਂ ਅੱਜ ਦੇ ਦਿਨ ਸ਼ਹਾਦਤ ਤੇ ਜਾਮ ਪੀਤਾ। ਔਰ ਮਹਾਰਾਜ ਕਹਿੰਦੇ ਨੇ, ਘਾਲ ਉਹਨਾਂ ਦੀ ਪੂਰਨ ਹੋਈ ਜਿਹੜੇ ਮਾਲਕ ਗੁਰੂ ਦੀ ਰਹਿਮਤ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦੇ ਹਨ। ਕਲ ਕਲੇਸ਼ ਮਿਟੇ ਦੁਖ ਸਗਲੇ, ਕਾਟੀ ਜਮ ਕੀ ਫਾਸਾ। ਗੁਰੂ ਦੇ ਨਾਮ ਦੀ ਰਹਿਮਤ ਵਰਤੀ, ਸਤਿਗੁਰੂ ਨੇ ਬਖਸ਼ਿਸ਼ ਕੀਤੀ, ਜ਼ਿੰਦਗੀ ਚੋਂ ਕਲ ਕਲੇਸ਼ ਖਤਮ ਹੋ ਗਏ ਔਰ ਜਮਾਂ ਦੀ ਫਾਈ ਸਤਿਗੁਰੂ ਦੀ ਰਹਿਮਤ ਦੇ ਨਾਲ ਕੱਟੀ ਗਈ ਹੈ। ਕਹੋ ਨਾਨਕ ਪ੍ਰਭ ਕਿਰਪਾ ਧਾਰੀ, ਮਨ ਤਨ ਭਏ ਬਿਗਾਸਾ। ਗੁਰੂ ਦੀ ਕਿਰਪਾ ਵਰਤੀ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਆ, ਮਨ ਤੇ ਤਨ ਬਿਗਾਸ ਦੇ ਨਾਲ, ਪੂਰਨ ਖਿੜਾਓ ਦੇ ਨਾਲ ਭਰ ਜਾਂਦਾ ਹੈ। ਕਿਉਂਕਿ ਪਿਆਰਿਓ, ਇਹੀ ਸਰੀਰ ਆ। ਸੱਚ ਹੈ, ਜੇ ਜ਼ਿੰਦਗੀ 'ਚ ਵਿਕਾਰ ਹੈ ਤੇ ਇਹਦੇ ਵਰਗਾ ਮੈਲਾ ਕੋਈ ਨਹੀਂ। ਜਿੱਦਣ ਵਿਕਾਰਾਂ ਤੇ ਕਾਬੂ ਪੈ ਗਿਆ, ਸੱਚ ਹੈ, ਇਹਦੇ ਵਰਗਾ ਰੱਬ ਦਾ ਪਿਆਰਾ ਕੋਈ ਨਹੀਂ। ਮਹਾਰਾਜ ਇਸੇ ਜ਼ਿੰਦਗੀ ਨੂੰ ਵੀ ਹਰਮੰਦਰ ਕਹਿ ਕੇ ਨਿਵਾਜਿਆ। ਮਿਹਰਬਾਨ ਹੋਵੇ ਸਤਿਗੁਰੂ, ਸੱਚੇ ਪਾਤਸ਼ਾਹ ਦੇ ਪਾਵਨ ਬਚਨਾਂ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਖਿਮਾ ਕਰਿਓ। ਸਾਹਿਬ ਜੀ ਕਿਰਪਾ ਕਰਨ। ਸ਼ੁਕਰਾਨਾ, ਧੰਨਵਾਦ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਹੋਰਾਂ ਦਾ, ਆਪ ਸੰਗਤਾਂ ਦੇ ਚਰਨ ਪਰਸਣ ਦਾ ਸੁਭਾਗ ਬਖਸ਼ਿਸ਼ ਕੀਤਾ। ਪਾਵਨ ਬਚਨ ਪੜ੍ਹਦਿਆਂ ਸਾਰ ਗੁਰੂ ਕੇ ਚਰਨਾਂ ਨੂੰ ਹਿਰਦੇ ਵਸਾਈਏ ਜੀ। ਕਲ ਕਲੇਸ਼ ਮਿਟੇ ਦੁਖ ਸਗਲੇ,
ਕਾਟੀ ਜਮ ਕੀ ਫਾਸਾ। ਕਹੋ ਨਾਨਕ ਪ੍ਰਭ ਕਿਰਪਾ ਧਾਰੀ, ਮਨ ਤਨ ਭਏ ਬਿਗਾਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।